साहब जीओ। जो हमरी बिद होती मेरे सतगुरा, सा बिद तुम हर जानो आपे। हम रुलते फिरते कोई बात न पूछता, गुर सतगुर संग कीरे हम थापे। गुरु गरीब नवाज जुगो जुग अटल, चवर छतर तखत दे मालक, कलजुग के जहाज बाणी के बोहित, हलत पलत के रक्षक, शब्द गुरु जगत गुरु श्री गुरु ग्रंथ साहब जियां दी हजूरी अंदर सज बैठी गुरु प्यारी गुरु सवारी साध संगत जीओ। गुरु कलगीधर पातशाह जी महाराज दे प्रकाश दिहाड़े तो लैके सतगुरां दे चोज रोजाना लड़ीवार कथा विचार सवेरे शाम 2 टाइम सतगुर रहमतां करके हाजरियां भरन दा सुभाग भरिया समा बख्शिश कर रहे हैं। आओ कथा विचार नाल जुड़ना करिए, क्योंकि हजूर दे अमृत बचन हन। हर कीयां कथा कहानियां गुरमीत सुनाइयां। हरी दियां कथा कहानियां सुनावांगे ते गुरु फिर अपने मित्र बना लैंदा है। बबाणियां कहानियां पुत सपुत करेन। ਜਿਹੜੇ ਆਪਣੇ ਬਾਬਿਆਂ ਦੀਆਂ ਕਹਾਣੀਆਂ ਸੁਣਾਉਂਦੇ ਹਨ, ਫਿਰ ਹਜ਼ੂਰ ਗੁਰੂ ਸਾਹਿਬ ਉਹਨਾਂ ਨੂੰ ਪੁੱਤਰਾਂ ਤੋਂ ਸਪੁੱਤਰ ਬਣਾ ਲੈਂਦੇ ਹਨ। ਇੱਕ ਹੁੰਦਾ ਕਪੁੱਤਰ, ਇੱਕ ਹੁੰਦਾ ਪੁੱਤਰ ਤੇ ਇੱਕ ਹੁੰਦਾ ਸਪੁੱਤਰ। ਸੋ ਆਓ ਸਤਿਗੁਰ ਰਹਿਮਤ ਕਰਨ ਪੁੱਤਰਾਂ ਦੀ ਕਤਾਰ ਦੇ ਆ ਕੇ ਸਪੁੱਤਰਾਂ ਦੀ ਕਤਾਰ ਦੇ ਵਿੱਚ ਆਈਏ। ਗੁਰੂ ਸਾਹਿਬ ਦੇ ਇਤਿਹਾਸ ਦੀ ਵਿਚਾਰ ਆਰੰਭ ਕਰਨ ਵਾਸਤੇ ਮਨ ਬਿਰਤੀਆਂ ਇਕਾਗਰ ਕਰੀਏ। मन बिरतियां इकागर करने वास्ते गुरु फतेह की सांझ पाइए जी। वाहिगुरु जी का खालसा वाहिगुरु जी की फतेह। गुरु प्यारी साध संगत जीओ, आपां जफरनामे का आम जिक्र करते हाँ। सवेर के समय आपां जिक्र किया सी कि भाई नंद लाल की जान नूं खतरा सी। औरंगजेब के पुत्र ने आख्या सी, बहादुर शाह ने, जिन्हों उस समय तक मुअज्जम आखदे सी, मुअज्जम आखदा सी कि इक्को एक दरबार है, इक्को एक नगर है जिहदा नाम है आनंदां दी पुरी। इक्को एक ऐसी जगह है जिथे किसी दा हैंकड़बाज दा जोर नहीं चलदा, वो है बादशाह दरवेश गुरु गोबिंद सिंह दा दरबार। फिर आपां जिक्र किया सी किवें सतगुरां ने उस विद्वान की हंगता मारी, किवें उसनूं विधवता बख्शिश की, ते किस तरह फिर उसने बंदगीनामा ग्रंथ लिख के सतगुरां नूं भेंट किया। सतगुरां ने इहदा नाम जिंदगीनामा रखिया। सो गुरमुख प्यारिओ, कलगीधर पातशाह जी महाराज ने एक पत्र औरंगजेब नूं फतेहनामा भी लिखिया है। फतेहनामा दे विच 2 साहिबजादियां दी शहीदी का जिक्र है। इसका भाव अर्थ है कि जफरनामे तो पहला फतेहनामा लिखिया गया और जफरनामा फिर सतगुरां ने दीने कांगड़ तो लिख के भेजिया। इत्थे सतगुर जी भाई देसा सिंह दे चबारे विच भी बैठे हैं। सतगुरां ने दीने कांगड़ तो जफरनामा दे के भेजिया भाई साहब भाई दया सिंह ते भाई साहब भाई धर्म सिंह जी नूं। उस समय औरंगजेब अहमदानगर दे विच ठहरिया होया सी। तकरीबन 3 दिन भाई दया सिंह ते भाई धर्म सिंह अहमदानगर विच रुकते हैं। दिने जफरनामा लैके जाते हैं
ਤੇ ਜਿਹੜੇ ਔਰੰਗਜ਼ੇਬ ਦੇ ਪਹਿਰੇਦਾਰ ਉਹ ਮਿਲਣ ਨਹੀਂ ਦਿੰਦੇ। ਫਿਰ ਵਾਪਸ ਨੂੰ ਜਿਸ ਸਥਾਨ 'ਤੇ ਉਹ ਠਹਿਰਦੇ ਹੁੰਦੇ ਸਨ, ਉਸ ਸਮੇਂ ਅੱਜ ਬੜਾ ਆਲੀਸ਼ਾਨ ਗੁਰਦੁਆਰਾ ਸਾਹਿਬ ਹੈ। ਆਰਮਡ ਕੋਰ ਸੈਂਟਰ ਦੇ ਡਿਪੂ ਰਜਮੰਡ ਦਾ ਰਿਕਾਰਡ ਤੇ ਡਿਪੂ ਦਾ ਗੁਰਦੁਆਰਾ ਸਾਹਿਬ ਹੈ। ਸਤਿਗੁਰ ਨੇ ਰਹਿਮਤ ਕੀਤੀ, 2012 ਦੇ ਵਿੱਚ ਉੱਥੇ ਕਥਾ ਕਰਨ ਦਾ ਸੁਭਾਗ ਵੀ ਪ੍ਰਾਪਤ ਹੋਇਆ ਉਸ ਇਤਿਹਾਸਕ ਸਥਾਨ 'ਤੇ। ਉਹ ਗੁਰਦੁਆਰਾ ਸਾਹਿਬ ਅੱਜ ਆਰਮੀ ਦੇ ਅੰਡਰ ਹੈ, ਡਿਪੂ ਰਜਮੰਡ ਦੇ ਅੰਦਰ, ਰਿਕਾਰਡ ਦੇ ਅੰਦਰ। ਬੜਾ ਵੱਡਾ ਹਾਈਵੇ ਦੇ ਉੱਤੇ ਗੁਰਦੁਆਰਾ ਸਾਹਿਬ ਹੈ। ਬੜੀ ਸਿਵਲ ਜਨਤਾ, ਟਰੱਕਾਂ ਵਾਲੇ, ਬੜੀ ਸੰਗਤ ਜੁੜੀ ਹੋਈ ਹੈ। ਭਾਵੇਂ ਕਿ ਉਹਨੂੰ ਇਤਿਹਾਸਕ ਘੋਸ਼ਿਤ ਨਹੀਂ ਕੀਤਾ ਗਿਆ, ਪਰ ਤੁਸੀਂ ਜਾ ਕੇ ਕਿਤੇ ਦਰਸ਼ਨ ਕਰੋਗੇ ਨਾ, ਉੱਥੇ ਕੋਈ ਰੋਕ ਟੋਕ ਨਹੀਂ, ਹਾਈਵੇ ਰੋਡ ਲੰਘਦਾ ਔਰ ਉਹ ਸਾਰੇ ਟਰੱਕ ਉੱਥੇ ਰੁਕਦੇ ਹਨ ਤੇ ਬੜੀ ਰਹਿਮਤ ਵਰਤਦੀ ਹੈ। ਜਦੋਂ 2 ਦਿਨ ਜਾਂਦੇ ਰਹੇ, ਨਹੀਂ ਜ਼ਫਰਨਾਮਾ ਲਿਆ, ਫਿਰ ਭਾਈ ਧਰਮ ਸਿੰਘ ਕਹਿੰਦੇ, ਭਾਈ ਦਇਆ ਸਿੰਘ ਆ, ਹੁਣ ਅਰਜੀ ਲਾ ਦਈਏ ਸਤਿਗੁਰਾਂ ਨੂੰ। ਫਿਰ ਕੀਤਾ ਅਰਦਾਸਾ ਦੋਨਾਂ ਸਿੰਘਾਂ ਨੇ। ਰਾਤ ਨੂੰ ਇੱਥੇ ਠਹਿਰਦੇ ਹੁੰਦੇ ਸੀ ਜਿੱਥੇ ਅੱਜ ਗੁਰਦੁਆਰਾ ਸਾਹਿਬ ਹੈ। ਜਿੱਥੇ ਗੁਰਸਿੱਖ ਦੇ ਤੇ ਗੁਰੂ ਦੇ ਚਰਨ ਪੈ ਜਾਂਦੇ, ਉਹ ਸਥਾਨ ਪੂਜਾ ਦੇ ਲਾਇਕ ਹੋ ਜਾਂਦਾ। ਸੋ ਫਿਰ ਸਤਿਗੁਰਾਂ ਦੇ ਚਰਨਾਂ 'ਚ ਕੀਤੀ ਅਰਦਾਸ ਤੇ ਅਗਲਾ ਦਿਨ ਹੋਇਆ ਨਾ, ਤੀਸਰਾ ਦਿਨ, ਔਰੰਗਜ਼ੇਬ ਨੇ ਦਰਬਾਰ 'ਚ ਆਵਾਜ਼ ਮਾਰ ਕੇ ਆਖਿਆ, ਕੋਈ 2 ਸਿੱਖ ਆਏ, ਕੋਈ ਚਿੱਠੀ ਲੈ ਕੇ ਗੁਰੂ ਗੋਬਿੰਦ ਸਿੰਘ ਦੀ। ਸਾਰੇ ਦਰਬਾਰੀ ਹੈਰਾਨ ਹੋ ਗਏ, ਆਪਾਂ ਤਾਂ ਦੱਸਿਆ ਨਹੀਂ ਸੀ, ਗੇਟ 'ਤੇ ਰੋਜ਼ ਹੀ ਆਉਂਦੇ। ਕਹਿੰਦੇ ਹਾਂ ਜੀ ਆਏ ਗੇਟ 'ਤੇ। ਕਹਿੰਦੇ ਉਹਨਾਂ ਨੂੰ ਬੁਲਾ ਕੇ ਅੰਦਰ ਲਿਆਓ। ਕਹਿੰਦੇ ਜੀ ਉਹ ਤਾਂ 2 ਦਿਨ ਤੋਂ ਆ ਰਹੇ। ਕਹਿੰਦੇ ਲਿਆਓ ਅੰਦਰ। ਜਦੋਂ ਆਏ ਤੇ ਭਾਈ ਦਇਆ ਸਿੰਘ ਨੇ ਦੱਸਿਆ ਕਿ ਅਸੀਂ 2 ਦਿਨ ਤੋਂ ਆ ਰਹੇ ਸੀ, ਪਰ ਔਰੰਗਜ਼ੇਬ ਨੂੰ ਬਾਦਸ਼ਾਹ ਦਰਵੇਸ਼ ਨੇ ਆਪ ਆ ਕੇ ਦੱਸਿਆ ਕਿ ਮੇਰੇ ਸਿੰਘ ਸੁਨੇਹਾ ਲੈ ਕੇ ਆ ਰਹੇ, ਕਿਉਂ ਨਹੀਂ ਲੈ ਰਿਹਾ। ਇਕੱਲੇ ਅਸੀਂ ਨਹੀਂ ਅਰਦਾਸ ਕਰਦੇ, ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈਂ ਹੋਏ ਸਹਾਏ। ਇਹ ਸਾਡੇ ਦੁਸ਼ਮਣਾਂ ਵੀ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਸਭ ਥਾਈਂ ਸਹਾਏ ਹੋ ਜਾਂਦੇ। 2 ਦਿਨ ਤੱਕ ਦਰਬਾਰ ਤੱਕ ਨਹੀਂ ਪਹੁੰਚਣ ਦਿੰਦੇ ਸੀ। ਜਦੋਂ ਸਿੰਘਾਂ ਨੇ ਕੀਤੀ ਅਰਦਾਸ, ਬਿਰਥੀ ਕਦੇ ਨਾ ਹੋਵੀ ਜਨ ਕੀ ਅਰਦਾਸ, ਨਾਨਕ ਜ਼ੋਰ ਗੋਬਿੰਦ ਕਾ ਪੂਰਨ ਗੁਣਤਾਸ। ਸਿੰਘਾਂ ਨੇ ਅਰਦਾਸ ਕੀਤੀ ਤੇ ਬਹਾਦਰ ਸ਼ਾਹ ਨੂੰ ਸੋਝੀ ਪੈ ਗਈ। ਇੱਕ ਸਮਾਂ ਉਹ ਵੀ ਸੀ ਨਾ ਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਰਿਹਾ ਨਹੀਂ ਸੀ ਕਰਦੇ, ਤੇ ਉਦੋਂ ਵੀ ਜਹਾਂਗੀਰ ਆਪ ਭੱਜਿਆ ਸੀ ਕਿ ਰਿਹਾ ਕਰੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ। ਸੋ ਗੁਰਮੁਖ ਪਿਆਰਿਓ, ਸ਼ੰਕੇ ਗੁਰੂ ਤੇ ਉਹ ਕਰਦੇ ਆ ਜਿਹੜੇ ਗੁਰੂ ਸਾਹਿਬ ਨੂੰ ਆਪਣੇ ਵਰਗਾ ਸਮਝ ਲੈਂਦੇ ਆ ਕਿ ਸਾਡੇ ਵਰਗੇ ਹੀ ਹਨ ਗੁਰੂ ਸਾਹਿਬ। ਸੋ ਇੱਥੇ ਜ਼ਫਰਨਾਮਾ ਸਾਹਿਬ ਪੜ੍ਹ ਕੇ ਸੁਣਾਇਆ ਭਾਈ ਦਇਆ ਸਿੰਘ ਨੇ। ਔਰ ਇਹ ਜਿਹੜਾ ਅਸੀਂ ਆਖਦੇ ਨਾ, ਮੁਗਲਾਂ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਕਲਮ ਨਾ ਮਾਰਤਾ ਗੋਬਿੰਦ ਸਿੰਘ ਨੇ। ਇਹ ਗਾਇਕਾਂ ਨੇ ਗਾਇਆ ਤਾਂ ਹੈ, ਲਿਖਿਆ ਪਤਾ ਕਿਸ ਨੇ ਆ? ਇਹ ਔਰੰਗਜ਼ੇਬ ਦਾ ਆਪਣਾ ਲਿਖਿਆ ਹੋਇਆ ਸ਼ਸਤਰਨਾਮਾ ਹੈ, ਉਹਦੇ ਵਿੱਚ ਲਿਖਿਆ ਹੋਇਆ ਉਹਨੇ। ਉਹ ਕਹਿੰਦਾ ਹੈ ਕਿ ਜਦੋਂ ਉਹਨੇ ਪੜ੍ਹਿਆ ਨਾ ਜ਼ਫਰਨਾਮਾ, ਉਹ ਬਾਰ-ਬਾਰ ਕਹਿੰਦਾ ਸੀ ਮੈਨੂੰ ਪੜ੍ਹ ਕੇ ਸੁਣਾਓ। ਇਤਿਹਾਸਕਾਰ ਇੱਥੋਂ ਤੱਕ ਕਹਿੰਦੇ, ਹੁਣ ਕਈ ਵਾਰ ਪਤਾ ਕੀ ਹੁੰਦਾ, ਜਰਨਲਾਂ ਤੱਕ ਸਾਰੀਆਂ ਗੱਲਾਂ ਨਹੀਂ ਪਹੁੰਚਦੀਆਂ। ਯੂਨਿਟ ਦੀ ਹਰ ਚੀਜ਼ ਜਿਹੜੀ ਹੈ ਉਹ ਪਹੁੰਚਣੀ ਬੜੀ ਜ਼ਰੂਰੀ ਹੁੰਦੀ ਉੱਪਰ ਲੈਵਲ ਤੱਕ, ਤਾਂ ਹੀ ਪਾਰਦਰਸ਼ਤਾ ਰਹਿ ਸਕਦੀ ਹੈ। ਇਸੇ ਕਰਕੇ ਅਲੱਗ-ਅਲੱਗ ਰੈਂਕ 'ਤੇ ਅਪੁਆਇੰਟ ਕੀਤੇ ਹੁੰਦੇ ਆ ਕਿ ਪਾਰਦਰਸ਼ਤਾ ਬਿਲਕੁਲ ਸਹੀ ਹੋ ਸਕੇ, ਸੱਚ ਪਹੁੰਚ ਸਕੇ ਉੱਪਰ ਤੱਕ ਜਾ ਕੇ, ਅਤੇ ਥੱਲੇ ਤੱਕ ਜਿਹੜਾ ਹੈ ਉਹ ਸਹੀ ਦੇਖ ਰੇਖ ਸੈਨਾ ਦੀ ਹੋ ਸਕੇ। ਪਰ ਔਰੰਗਜ਼ੇਬ ਦਾ ਜਿਹੜਾ ਪ੍ਰਬੰਧ ਸੀ ਉਹ ਇੰਨਾ ਕਮਜ਼ੋਰ ਪ੍ਰਬੰਧ ਸੀ, ਸਿਕਿਉਰਿਟੀ ਇੰਨੀ ਵੀਕ ਸੀ ਕਿ ਉਹਨੂੰ ਇਹ ਪਤਾ ਹੀ ਨਹੀਂ ਲੱਗਿਆ ਕਿ ਗੁਰੂ ਗੋਬਿੰਦ ਸਿੰਘ ਦੇ 2 ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣ ਕੇ ਸ਼ਹੀਦ ਵੀ ਕਰ ਦਿੱਤਾ ਗਿਆ।
उन्हां एहलकारां ने, वजीर खां ने सोचा उन्होंने किहड़ा पता लगन दिया, इत्थे ये किहड़ा अगे तक जाके पता लग जाएगा। ये भी सोचिया कि औरंगजेब बड़ा खुश होएगा, पर ये जदों खबर उन्हें सुनी, पता लग्या जदों गुरु गोबिंद सिंह साहब महाराज ने जफरनामे विच, मैं किते समा मिलेगा ना जफरनामे की कथा विचार भी आपां करांगे पीस लोकेशन में जाके, लगातार रोज़ 2-2 3-3 शेर 4-4 शेर की जिन्ना क मुमकिन हो सकिया लड़ीवार कथा करांगे जफरनामा साहब की। सो प्यारिओ, जदों सतगुरां ने आख्या कि कुरान दे पहले पन्ने ते लिखिया होया है, औरतां बच्चियां ते बजुर्गां ते जुल्म करना बज्जर पाप है। तुसी कुरान नूं पढ़न वाले, कुरान नूं मनन वाले, तुसी कसमां खा के भी भुल गए, छिक्के ते टंग दित्तियां, ते कुरान दा सत्कार जे कोई करन वाला देखना ते सब तो वध बादशाह दरवेश गुरु गोबिंद सिंह महाराज। धर्म किवें कमाया जांदा, धर्म किवें निभाया जांदा, ये गुरु गोबिंद सिंह साहब महाराज तो पुछिए। जे आ गए पंडित तो तिलक जंजू की राखी लई पिता कुर्बान कर दिता। जे इत्थे आटे की गऊ बना के पंमे पुरोहित नूं भेजिया, औरंगजेब वालों कुरान दीयां कसमां दित्तियां गईयां कि असीं तुहाडे ते हमला नहीं करांगे, आनंदपुर का किला छड्ड दो। तो मेरे शहनशाह ने कहा हुण मैं किला जरूर छड्डांगा, क्योंकि हुण धर्म ग्रंथ के सम्मान की गल आ गई है। कुरान दीयां कसमां करके आनंदपुर का किला छड्डिया ते सारा सरबंस कुर्बान होया। सो जदों सारा हाल सुनाया ना, ते औरंगजेब जफरनामा पढ़ करके मंजे ते पै गया सी, ते उहदे कारण ही औरंगजेब की मौत हुई है। मुगलों के बादशाह औरंगजेब नूं कलमना मारता गोबिंद सिंह ने। पंथ दे कौम के महान विद्वान कविशर ढाडी सरदार महल सिंह जी, उन्हां दा जथा तो इत्थों तक खोज करता है, वो आखदे औरंगजेब सारा जफरनामा पढ़ लैंदा सी, जदों आखदे सी बोल वाहिगुरू जी का खालसा वाहिगुरू जी की फतेह, ये शब्द नहीं सी वो बोलदा, पर उसदी जान नहीं सी निकलदी, प्राण नहीं सी निकलदे। यही हाल सी जकरिया खान का भी, सिर च जुत्तियां पई जांदियां सी, 21 दिन तक जुत्तियां खांदा रहा। पर जदों फिर सियाणे काजियां ने आख्या तू बोल दे वाहिगुरू जी का खालसा वाहिगुरू जी की फतेह, तेरे प्राण सौखे निकल जाणगे। पर जदों फिर मरदे ने बोलिया ना वाहिगुरू जी का खालसा वाहिगुरू जी की फतेह, तो फिर उहदे प्राण निकले। इसे करके आखदे मुगलों के बादशाह औरंगजेब नूं कलम ना मारता गोबिंद सिंह ने। वो मेरे शहनशाह नूं तेग चुकण की लोड़ नहीं सी, पर सतगुरां ने इन्हां दा हंकार मारना सी, इन्हां दी हंगता मारनी सी कि असीं ते बड़े वड्डे जरनैल हाँ, असीं ते बड़े वड्डे योधे हाँ। गुरु गोबिंद सिंह साहब महाराज ने इन्हां दा हंकार मारन वास्ते शस्त्र नूं हत्थ पाया सी। फिर यही आख्या सी सतगुरु महाराज ने, जदों पुछया दया सिंह नूं, नां दस्या दया राम, दया रामा लड़ लेगा, तो जवाब सी हम तो तोलन जाने तकड़ी, नंगी करद कबू ना पकड़ी, चिड़ी उड़े डर जाऊं, मुगलों से कैसे लड़ पाऊं। ते अमृत छकाउण दी गल होई, ते पहाड़ियां ने आख्या असीं भी छकांगे, भीम चंद ने, पर बाटा वखरा रखो, इन्हां दे नाल नहीं छकांगे, शूद्रां नाल नहीं छकांगे। तो मेरे शहनशाह ने तो आख्या होना, जिनकी जात गोत कुल में सरदारी ना पई कदाही, इन्हीं को मैं सरदार बनाऊं, चिड़ियों से मैं बाज तड़ाऊं, गिदड़ों से को मैं शेर बनाऊं,
सवा लाख से एक लड़ाऊं, तबे गोबिंद सिंह नाम कहाऊं। सतगुरु महाराज ने कहा मैं इन्हां नूं ही शेर बनावांगा, इन्हां नूं सवा सवा लाख नाल लड़ावांगा, जिन्हां दी कुल च कदे सरदारी नहीं आई उन्हां नूं सरदार बनावांगा। देखिया राजपूतां दा मुंडा रजौरी विच जम्मिया होया लक्ष्मण देव, कदे औगड़नाथ को जांदा कदे किसी को जांदा, ते जदों पूरा गुरु मिल गया ते पूरे गुरु दा उपदेश सुन लिया। पूरे गुर का सुन उपदेश, पार ब्रह्म निकट कर भेख। जदों पूरे गुरु दा उपदेश सुनिया ते परमेश्वर नूं अपने नेड़े करके वेखिया ते वो की बन गया, फिर बाबा बंदा सिंह बहादुर बन गया। मैं उन्हां दे जीवन की छोटी जी घटना आप नाल सांझी करां। जदों बाबा बंदा सिंह बहादुर दा 4 साल का बच्चा अजय सिंह कैद विच सी ते किसी ने सलाह दी कि बंदे नूं भी डलाउण दा एक तरीका है। 100 सिख दा रोज़ कतल हुंदा सी, मुड्डी ते सिर रखदे सी, कृपान चलदी सी, धड़ तो अलग हो जाता सी। और जदों एक माँ फर्कशीर कोल पहुँचती है कि मेरा पुत सिख नहीं है, बहकावे विच आके सिखा ना चला गया, उसकी जान बख्श दी जाए, मैं विधवा हाँ, मेरा एको ही पुत्र है। फर्कशीर ने लिख दिता तेरा सिख पुत कबूल कर ले, मैं सिख नहीं हाँ, बख्श दिता जाएगा। माफ़ीनामा लैके आई, उधरों उहदे पुत्र की वारी आई शहादत की, उधरों माँ पहुँच गई रौला पाउंदी पाउंदी, रुक जाओ ना मारियो, माफ़ीनामा आ गया। पढ़िया माफ़ीनामा कि ये बच्चा जिहड़ा सिख नहीं है, ते उस बच्चे ने दवाई दे के रौला पा के आख्या कि मैं गुरु दा सच्चा सिख हाँ। कहते तेरी माँ आखदी तू सिख, एक बारी कह दे मैं सिख नहीं, बख्श दिता जाएगा, सिर्फ इन्नी गल ही आखनी है। वो कहता नहीं, हुण मेरी शहादत की वारी आई आ, ये मेरी माँ ही नहीं आ, ये कोई बे औलाद औरत होएगी, ये मेरी सुंदरता वेख के मोह विच आके सोचती होएगी बच्चे नूं लै लैनी आ, मेरी माँ नहीं आ। जिहड़ी मैनूं आख सिक्खी नूं तोड़दी, जिहड़ी आखदी मैं सिख नहीं, वो मेरी माँ नहीं हो सकती। मैं गुरु दा पक्का सिख हाँ, सिर जावे तां जावे, मेरा सिखी सिदक ना जाए। कहंदा जे जल्दी शहीद करो मैनूं। जदों सीस उत्ते चली ना तेग, ते उस जोधे सूरबीर महाबली ने पिंजरे विचों आख्या बोले सो निहाल सत श्री अकाल। 100 बंदे दा रोज़ कतलेआम होना ते बंदा सिंह बहादुर ने 100 जंकारा रोज़ लाउणा। एक दिन एक मौलवी आया, कहंदा जी इहदा भी जिवें असीं कहने आ कमज़ोरी इहदी मिल गई आ, इहदा वीक पॉइंट मिल गया। कहंदे इहदा ते बड़ा हिरदा कोमल हुंदा सी। मैं इहदा इतिहास पढ़िया, जदों किसी नूं असीं फड़ीए ना अपने दुश्मन नूं, उहदा पिछोकड़ वेखीदा कि किहो जिहा वा। कहंदे मैं इहदा पिछोकड़ पढ़ लिया, रजौरी दा रहण वाला सी, राजपूतां दा मुंडा सी, लक्ष्मण देव सी। एक हिरनी नूं तीर मारदा, उहदे 2 बच्चे पैदा हुंदे मरी होई दे, उहदे अखां सामने दम तोड़ जांदे आ ते एडा कोमल हिरदा तीर कमान तोड़ के सुੱਟ दिंदा ते विराग धारण कर लैंदा। हुण इहदा अपना पुत्र साडे कोल आ 4 साल दा, उहदा दुख किवें देखेगा जिहड़ा हिरनी दे बच्चे दा दुख नहीं देख सकदा। कहंदे आ लै खंजर ते आ लै अपना बच्चा, इहदा कालजा पाड़ के दिल बाहर कढ दे, तैनूं माफ़ कर देंगे, छड्ड देंगे तैनूं। बाबा बंदा सिंह बहादुर ने आख्या ये तो मेरा पुत है, ये काम नहीं मैं कर सकदा। ਇਹਦੀ जगह जे तेरा भी पुत हुंदा ना फिर भी नहीं वार कर सकता सी। कहंदे मोहित हो गया, मोह आ गया पुत्र ना। कहंदा नहीं, मेरे गुरु दा हुक्म है, हुक्म मन्ने सो होए प्रवान। मेरे गुरु दा हुक्म है, बच्चे ते वार नहीं करना, औरत ते वार नहीं करना, बजुर्ग ते वार नहीं करना, भजे जांदे ते वार नहीं करना, शरनाए ते वार नहीं करना, शस्त्रहीन ते वार नहीं करना, निहत्थे ते वार नहीं करना। कहंदे बच्चा आख्या जे तेरा भी बच्चा हुंदा मैं तां भी इस ते वार नहीं सी कर सकदा। कहंदे इहदे सामने वार करो, इहदे बच्चे दा कलेजा कड्डो। चीर के छाती नूं धड़कदा दिल बाहर कढ़िया गया। बंदा सिंह बहादुर दे मूँह च तुन्निया गया।
छाती चों चूलियां भर भर के अखां च मारियां गईयां। कहंदे दस किवें फील हो रहा? कहंदे इवें महसूस कर रहा जिवें अज मेरे पिता जी ने जिहड़ा मैनूं टास्क दिता सी ना, जिहड़ा सबक सिखाया सी, जिवें मैं उहदे विच चंगे नंबर लैके पास हो रहा तो मेरा पिता खुश हो के एक बार नदेड़ दी धरती ते अखां च अमृत दे छिट्टे मारे सी ते अखां गहरियां हो गईयां, दुश्मन दा रस्ता मल खलो गईयां। अज मैं सचखंड नूं जाना ते अज फिर वो मेरियां अखां च अमृत दे छिट्टे मार रहे। कहंदे अमृत किवें? कहंदे इस बच्चे नूं मैं अमृत छकाया होया, इहदा खून हुण अमृत बन चुकिया है। फिर पुछदे आ, दस बंदा सिंह एक समय हिरनी दे बच्चों का दुख नहीं सी देख सकिया, अज तेरे अपने पुत्र का कलेजा चीरिया होया तेरे मूँह च पाया जा रहा, तू फिर भी दृढ़ता ना खड़ा। कहंदा तुसी इतिहास मेरा पढ़ लिया पर समझिया नहीं इतिहास नूं। उस समय मैं कनपटे साधुआं दा चेला सी, उस समय मैं उन्हां दा चेला सी जिहड़े चिड़ी उडे डर जाऊं, जिहड़े पूजा दा धन ही खांदे सी मंग मंग के। कहंदे हुण मैं उहदा चेला हाँ, बादशाह दरवेश गुरु गोबिंद सिंह दा। मैं सरबंस दानी दा चेला जिन्हें सारा सरबंस वार दिता। हुण मैनूं ये माया दा मोह जिहड़ा ये अपने अकीदे तो डला नहीं सकदा। इतिहासकार आखदा एक दिन ना जिवें तमाशा लाउंदे आ, कहंदे एक तमाशा वेखीए ना सिखां दा। एक बिल्डिंग दे विच उन्हां ने एक छोटा जिहा बच्चा कैद कर दिता 9-10 साल दा, उहदे नाल दूसरा कैद कर दिता 18 कुछ साल दा, तीसरा कैद कर दिता 40 कुछ साल दा ते चौथा कैद कर दिता 90 कुछ साल दा बुजुर्ग। 3 दिन इन्हां नूं भुखे रखिया, कहंदे रोटी नहीं देनी। 3 दिन बाद थाली विच एक रोटी रख के ना वड्डी जी ते इस तरह वगा के मारी विचकार, कहंदे वेखियो किवें तमाशा करदे, किवें लड़दे रोटी वास्ते, हुण भुखे आ 3 दिन दे। ते वो सारे बैठे एक एक कोने विच दूर दूर बैठे सी ते इक्को आवाज़ आ रही सी, वाहिगुरू 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 वाहिगुरू। उस बिल्डिंग चों वाहिगुरू दियां गूंजां पै रही सी। पर वो बच्चे बजुर्ग जिहड़ा सी उठिया ते बजुर्ग ने चुक के प्रसादा छोटे बच्चे को लै गया। थोड़ी देर प्रसादे नूं वेखिया, साडा रीति रिवाज है ना कि बच्चे नूं कहना पहला तू खा ला। उठ के जाके कहंदा लै पुत्र तू ये प्रसादा छक ला, तू मेरी कौम दा भविख आ, जे तू बच गया तो तू कौम की चढ़ती कला में योगदान पा सकेगा। बच्चे ने बजुर्ग का सत्कार करके बड़े प्यार नाल प्रसादा चुक्या। थोड़ी देर उदनों अखां भर के प्रसादे नूं तकिया तो जिवें कोई सोच के ना 18 साल वाले को चला गया। कहंदा लै वीरना ये प्रसादा तू छक ला, मैं तो जे बच भी गया तो मैनू तो जे शस्त्र विद्या भी नहीं आती चंगी तरह, मैं तो जे सारिया गुरबाणियां भी कंठ नहीं कीतियां, तैनू तो गुरबाणी भी कंठ है, तू तो चंगा शस्त्र भी चला लेना, जे तू बच जाएगा तो कौम की चढ़ती कला वास्ते वड्डा योगदान पा सकदा, विखड़िया नूं इकट्ठे करके अमृत छका के सिंह सजा सकदा। इस करके मैं बच के की करना, मैं शहादत का जाम पी जावांगा, तू ये प्रसादा छक ला। उन्हें भी प्रसादा छोटे वीर को पकड़ लिया। थोड़ी देर प्रसादे नूं तकिया ते जाके वो 35-40 साल वाले को चला गया। कहंदा मेरे वीर ये प्रसादा तू छक। कहंदे तू छक ला प्रसादा, तू वध मेरे तो ज़्यादा दुनिया देखी है, तू ज़्यादा जंगां युद्धां च हिस्सा लिया, तेरा वध अभ्यास है तलवार चलाउण दा, शस्त्रबाजी दा, तू जे किते बच गया तो तू मेरे नूं वध कौम की सेवा कर सकदा, इस करके तू छक ला।
ਉਹਨੇ ਪ੍ਰਸ਼ਾਦਾ ਫੜਿਆ, ਉਸੇ ਤਰ੍ਹਾਂ ਪ੍ਰਸ਼ਾਦੇ ਨੂੰ ਦੇਖਿਆ, ਚੁੱਕ ਕੇ ਬੁੱਢੇ ਬਾਪੂ ਕੋਲ ਚਲਾ ਗਿਆ। ਕਹਿੰਦਾ ਬਾਪੂ ਜੀ ਇਹ ਪ੍ਰਸ਼ਾਦਾ ਤੁਸੀਂ ਛਕ ਲਓ, ਮੈਂ ਅਜੇ ਜਵਾਨੀ ਵਿੱਚ ਹਾਂ, ਮੇਰੇ ਸਰੀਰ 'ਚ ਜੇ ਦਮ ਹੈ, ਮੈਂ ਅਜੇ ਹੋਰ ਕਈ ਦਿਨ ਦੀ ਭੁੱਖ ਪਿਆਸ ਬਰਦਾਸ਼ਤ ਕਰ ਸਕਦਾ, ਇਸ ਕਰਕੇ ਗੱਫਾ ਤੁਸੀਂ ਛਕ ਲਓ। ਤੇ ਬੁੱਢੇ ਬਾਪੂ ਨੇ ਥਾਪੜਾ ਦੇ ਕੇ ਪ੍ਰਸ਼ਾਦਾ ਪਕੜ ਲਿਆ ਤੇ ਫਿਰ ਲਿਜਾ ਕੇ ਉਸ ਛੋਟੇ ਬੱਚੇ ਕੋਲ ਜਾ ਕੇ ਰੱਖ ਕੇ ਤੇ ਉਹਨੂੰ ਕਹਿੰਦਾ ਲੈ ਪੁੱਤਰ ਤੂੰ ਛਕ ਕੇ ਸਾਡੀ ਕੌਮ ਦਾ ਤੂੰ ਭਵਿੱਖ ਹਾਂ। ਤੇ ਉਸ ਬੱਚੇ ਨੇ ਆਖਿਆ ਕਿ ਨਹੀਂ ਬਾਪੂ ਜੀ, ਇਹਨਾਂ ਦੇ ਪ੍ਰਸ਼ਾਦੇ ਦੇ ਮੁਹਤਾਜ ਨਹੀਂ ਅਸੀਂ ਤੇ ਗੁਰੂ ਨੇ ਸਾਨੂੰ ਜਿਹੜੀ ਨਾਮ ਦੀ ਖੁਰਾਕ ਦਿੱਤੀ ਆ ਨਾ, ਅਸੀਂ ਤੇ ਉਹਦੇ ਵਿੱਚੋਂ ਹੀ ਜੀਵਨ ਲੱਭਦੇ ਹਾਂ। ਦੋਨੋਂ ਜਿਵੇਂ ਦਾਦਾ ਪੋਤਾ ਉੱਠ ਕੇ ਤੁਰੇ, ਦੋਨਾਂ ਨੇ ਜਾ ਕੇ ਦਰਵਾਜ਼ੇ ਤੋਂ ਵਗਾ ਕੇ ਬਾਹਰ ਮਾਰੀ ਥਾਲੀ, ਕਹਿੰਦੇ ਆ ਚੁੱਕ ਲਓ, ਤੁਹਾਡੇ ਪ੍ਰਸ਼ਾਦੇ ਦੀ ਸਾਨੂੰ ਲੋੜ ਨਹੀਂ ਆ। ਉੱਥੇ ਉਹਨਾਂ ਨੇ ਆਖਿਆ ਜਿਹੜੀ ਕੌਮ 'ਚ ਇਹੋ ਜਿਹਾ ਜਜ਼ਬਾ ਅਤੇ ਇਹੋ ਜਿਹਾ ਪਿਆਰ ਹੋਵੇਗਾ, ਉਹਨੂੰ ਕੌਮ ਨੂੰ ਕਦੇ ਖ਼ਤਮ ਨਹੀਂ ਕੀਤਾ ਜਾ ਸਕਦਾ, ਕਦੇ ਮਿਟਾਇਆ ਨਹੀਂ ਜਾ ਸਕਦਾ। ਸੋ ਗੁਰਮੁਖ ਪਿਆਰਿਓ, ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਪੂਰਨੇ ਪਾ ਕੇ ਸਾਨੂੰ ਦੱਸਿਆ। ਮੈਂ ਤੁਹਾਨੂੰ ਵਾਪਸ ਆਪਣੇ ਵਿਸ਼ੇ ਵੱਲ ਲੈ ਕੇ ਆਵਾਂ ਕਿ ਜਦੋਂ ਉੱਥੇ ਜ਼ਫਰਨਾਮਾ ਪੜ੍ਹ ਕੇ ਔਰੰਗਜ਼ੇਬ ਦੀ ਤੇ ਮੌਤ ਹੋ ਗਈ, ਉਸ ਤੋਂ ਬਾਅਦ ਦੇ ਵਿੱਚ ਇਹਦੇ ਪੁੱਤਰਾਂ ਦੀ ਗੱਦੀ ਦੀ ਲੜਾਈ ਚੱਲ ਪਈ। ਮੁਗਲਾਂ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਕਲਮ ਨਾ ਮਾਰਤਾ ਗੋਬਿੰਦ ਸਿੰਘ ਨੇ। ਜਦੋਂ ਗੱਦੀ ਦੀ ਲੜਾਈ ਚੱਲੀ, ਜਿਹੜਾ ਤਾਰਾ ਆਜ਼ਮ ਸੀ ਉਹ ਪੰਜਾਬ ਦਾ ਗਵਰਨਰ ਸੀ, ਤੇ ਮੁਅੱਜ਼ਮ ਜਿਹੜਾ ਸੀ ਇਹ ਪੰਜਾਬ ਤੋਂ ਬਾਹਰ ਸੀ। ਤਾਰਾ ਆਜ਼ਮ ਨੇ ਇੱਕਦਮ ਪਿਤਾ ਦੀ ਮੌਤ ਸੁਣਦਿਆਂ ਸਾਰ ਹੀ ਹਮਲਾ ਕੀਤਾ ਤੇ ਦਿੱਲੀ 'ਤੇ ਕਬਜ਼ਾ ਕਰ ਲਿਆ ਇਹਨੇ। ਜਿਹੜਾ ਉਸ ਸਮੇਂ ਖਜ਼ਾਨਾ ਸੀ, ਹਥਿਆਰ ਸੀ, ਸਾਰੇ ਕਬਜ਼ੇ 'ਚ ਲੈ ਲਏ। ਹੁਣ ਮੁਅੱਜ਼ਮ ਆਇਆ, ਉਹਨੂੰ ਸਮਝ ਨਾ ਆਵੇ ਮੈਂ ਕੀ ਕਰਾਂ, ਇਹ ਤਾਂ ਸਾਰੀ ਜਗ੍ਹਾ 'ਤੇ ਕਬਜ਼ਾ ਕਰ ਚੁੱਕਿਆ ਸੀ, ਲਾਹੌਰ 'ਤੇ, ਦਿੱਲੀ 'ਤੇ। ਫਿਰ ਮੁਅੱਜ਼ਮ ਨੂੰ ਯਾਦ ਆਇਆ ਆਪਣਾ ਗੁਰੂ, ਜਿਹਦੀ ਸਵੇਰੇ ਆਪਾਂ ਗੱਲ ਕਰ ਰਹੇ ਸੀ, ਭਾਈ ਸਾਹਿਬ ਭਾਈ ਨੰਦ ਲਾਲ ਜੀ, ਜਿਹਦੀਆਂ ਪੰਕਤੀਆਂ ਚੰਦੋਆ ਸਾਹਿਬ ਦੇ ਸਾਹਮਣੇ ਲਿਖੀਆਂ। ਸ਼ਾਹੇ ਸ਼ਾਹਨਸ਼ਾਹ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਭਾਈ ਨੰਦ ਲਾਲ ਦੇ ਕੋਲ ਫਿਰ ਗਿਆ, ਕਹਿੰਦੇ ਮੇਰੇ ਗੁਰੂ ਹੋ ਤੁਸੀਂ, ਧਰਮ ਗੁਰੂ ਹੋ ਮੇਰੇ, ਤੁਸੀਂ ਜੁਗਤੀ ਦੱਸੋ, ਤੁਸੀਂ ਕਿਰਪਾ ਕਰੋ, ਤੁਸੀਂ ਮੇਰੇ ਗੁਰੂ ਹੋ ਤੇ ਤੁਹਾਡਾ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਹੈ। ਗੁਰੂ ਗੋਬਿੰਦ ਸਿੰਘ ਨੂੰ ਬੇਨਤੀ ਕਰੋ, ਉਹ ਸ਼ਰਨ ਆਇਆਂ ਦੀ ਲਾਜ ਰੱਖਦੇ ਹਨ। ਫਿਰ ਗੁਰੂ ਗੋਬਿੰਦ ਸਿੰਘ ਨੂੰ ਬਹਾਦਰ ਸ਼ਾਹ ਨੇ ਭਾਈ ਨੰਦ ਲਾਲ ਦੇ ਰਾਹੀਂ ਪਹੁੰਚ ਕੀਤੀ, ਬੇਨਤੀ ਕੀਤੀ ਕਿ ਮੈਂ ਤੁਹਾਡੀ ਸ਼ਰਨ ਆਇਆ, ਮੇਰਾ ਹੱਕ ਹੈ ਰਾਜ ਗੱਦੀ ਦਾ, ਪਰ ਮੇਰੇ ਭਰਾ ਨੇ ਫਰੇਬ ਨਾਲ ਖੋਹ ਲਿਆ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਫੌਜਾਂ ਲੈ ਕੇ ਆਏ, ਘਮਸਾਨ ਦਾ ਯੁੱਧ ਹੋਇਆ। ਜਦੋਂ ਮੁਅੱਜ਼ਮ ਦੇ ਤੀਰ ਵੱਜਿਆ, ਡਿੱਗਿਆ ਨਾ, ਤਾਰਾ ਆਜ਼ਮ ਦੇ ਤੀਰ ਵੱਜਿਆ ਤੇ ਮੁਅੱਜ਼ਮ ਜਿਹੜਾ ਬਾਅਦ 'ਚ ਬਹਾਦਰ ਸ਼ਾਹ ਬਣਦਾ, ਇਹਨੇ ਜਾ ਕੇ ਆਪਣੇ ਭਰਾ ਦੀ ਛਾਤੀ 'ਚੋਂ ਇਸ ਤਰ੍ਹਾਂ ਤੀਰ ਖਿੱਚਿਆ। ਤੀਰ ਵੇਖ ਕੇ ਕਹਿੰਦਾ ਮੈਂ ਜਾਣਦਾ ਕਿ ਇਹਦਾ ਤੀਰ ਹੈ। ਪਹਿਲੇ ਸਮਿਆਂ 'ਚ ਰਾਜੇ ਮਹਾਰਾਜੇ ਆਪਣੇ ਤੀਰ ਨਾਲ ਕੋਈ ਨਿਸ਼ਾਨੀ ਰੱਖਦੇ ਹੁੰਦੇ ਸੀ, ਪਤਾ ਲੱਗੇ ਕਿਹਨੇ ਤੀਰ ਮਾਰਿਆ। ਕਹਿੰਦਾ ਮੈਂ ਜਾਣਦਾ ਹਾਂ ਇਹ ਤੀਰ ਗੁਰੂ ਗੋਬਿੰਦ ਸਿੰਘ ਦਾ ਤੀਰ ਹੈ, ਇਹਦੇ ਨਾਲ 1.25 ਤੋਲਾ ਸੋਨਾ ਲੱਗਿਆ ਹੋਇਆ। ਤਾਰਾ ਆਜ਼ਮ ਦੀ ਮੌਤ ਹੋ ਗਈ ਤੇ ਸਿਪਾਹੀ ਸਾਰੇ ਭੱਜ ਗਏ, ਜਰਨੈਲ ਮਾਰਿਆ ਗਿਆ, ਸਾਰੇ ਦੌੜ ਗਏ। ਇਹ ਮੈਦਾਨ ਆ ਗਿਆ ਹੱਥ ਇਹਦੇ ਮੁਅੱਜ਼ਮ ਦੇ। ਇਹਦੀ ਤਾਜਪੋਸ਼ੀ ਹੋਣੀ ਸੀ, ਇਹਨੇ ਆਪਣਾ ਨਾਮ ਮੁਅੱਜ਼ਮ ਤੋਂ ਬਦਲੀ ਕਰਕੇ ਬਹਾਦਰ ਸ਼ਾਹ ਰੱਖਿਆ। ਆਗਰੇ ਵਿੱਚ ਇਹਦੀ ਤਾਜਪੋਸ਼ੀ ਸੀ। ਹੁਣ ਇਹਨੇ ਤਾਜਪੋਸ਼ੀ 'ਤੇ ਜਿਹਨੂੰ ਆਪਾਂ ਚੀਫ ਗੈਸਟ ਆਖ ਦਿੰਦੇ ਨਾ, ਇਹਨੇ ਚੀਫ ਗੈਸਟ ਵਜੋਂ ਸੱਦਾ ਦਿੱਤਾ, ਉਹ ਵੀ ਨੰਦ ਲਾਲ ਦੇ ਰਾਹੀਂ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ, ਕਿ ਮੇਰੀ ਤਾਜਪੋਸ਼ੀ ਦੇ ਉੱਤੇ
सतगुर तुसी हाज़र होना, तुसी कृपा करनी, तुसी मेरे जरनल हो, तुसी मेरे जरनैल हो। तो गुरु गोबिंद सिंह महाराज ने अपनी शर्त दसी कि असी 5 ਸਿੰਘਾਂ समेत आवांगे और तेरे दरबार असी घोड़े तो उतर के नहीं आवांगे, घोड़े के उत्ते चढ़ के तेरे दरबार अंदर दाखल होवांगे। ते कदों आवांगे? जदों तेरे दरबार सारा टिकिया होएगा, बैठा होएगा। VIP कदों आउंदा? एंड टाइम ते आउंदा। कहंदे मैं उदों आवांगा। कहंदे मंजूर है। गुरु गोबिंद सिंह साहब महाराज 5 ਸਿੰਘਾਂ दे नाल गुरु पंथ दे नाल आए, गुरु पंथ दे नाल आए। ते जदों घोड़े ते चढ़े चढ़ाते सीधे उहदे दरबार दे अंदर लंघे ना, ते जिहड़े 5 ਸਿੰਘ सी नाल उन्हां ने जंकारियां दे नाल उस धरती नूं हिला के रख दिता। हुण वेखो, मुगलों दे दरबार होवे, औरंगजेब दे पुत्र दा दरबार होवे, जिहड़ा कहंदा सी 14 जंगां हार के भी अपनी हार नहीं सी मनदा, ते अज पता लगा हार केदी ते जित केदी। दरबार ओहदा लग्या होवे, मुगलों दा लग्या होवे, ते जदों शहनशाह कलगीधर पिता घोड़े ते चढ़े, पत्था तीरां नाल भरिया होया, तीर कमान मोढे शोभदा, लंबी शमशीर गले विच है, ते बाज ताज है, ते 5 प्यारे पिछे बोल रहे हन, बोले सो निहाल सत श्री अकाल। इवें लगे जिवें सारा दरबार गूंज उठिया होवे। उन्हां दे जोश अगे सारे दरबारियां दियां गर्दनां झुक गईयां कि जिवें उन्हां दे अंदरों भी जंकारे निकल रहे होण। सतगुरां दी शानो शौकत वेखी। बहादुर शाह उठिया ते सतगुरां अगे हत्थ जोड़ के कहंदा, महाराज तुसीं बैठो तखत दे उत्ते। कलगीधर पातशाह हस पे, कहंदे मुअज्जम बहादुर शाह, जे तखत असीं लोचदे हुंदे ना तो असीं तैनूं तखत दवा सकदे, ते असीं तेरे प्यो कोलों ही तखत लै लैणा सी, असीं तेरे प्यो कोलों ही तखत खो लैणा सी। तखत कोई दिंदा नहीं, तखत लए नहीं जांदे, तखत मल्ले जांदे आ। सतगुरु महाराज ने कहा, शस्त्रन के अधीन राज है, कोई राज ना किसे दे है, जो ले है निज बल से ले है। अज कहते ना राज दे देणगे ते लल्ला, कोई दिंदा नहीं राज किसे नूं, कोई राज किसे को ना दे है, जो ले है निज बल से ले। अपने बल नाल राज लैणे पैंदे आ, तख्त मिलदे नहीं, तख्त मल्ले जांदे आ। शस्त्रन के अधीन राज है। फिर उत्थे बहादुर शाह नूं सतगुरां ने तख्त ते आप बिठाया, ते बहादुर शाह ने अपने पुरखियां दी मुहम्मद साहब वेले दी श्री साहब जिहड़ी सी वो मंगवाई, ते सतगुरां नूं भेंट करदे वक्त बचन आखे, सतगुरु ये दरवेशां दा शस्त्र है, ते दरवेशां कोल ही शोभदा है, तुहाडे नूं वड्डा दरवेश मैनूं किधरे नज़र नहीं आया। हो सकदा इहदी असीं सेवा संभाल ना कर सकीए। ये दरवेश दा शस्त्र मुहम्मद साहब दा शस्त्र है, ये असी तुहानू अर्पण करते हाँ। अज भी वो केसगढ़ साहब वो शस्त्र रखिया होया, उहदे दर्शन कराए जाते हैं। पिछे केस भी चलिया सी मुसलमान भाईचारे वालों कि ये शस्त्र साडा वापस किया जाए, साडे मुहम्मद साहब दे वेले दा शस्त्र है, साडा इतिहासक शस्त्र है। तो केस फिर साडे हक च इस करके होया सी कि जेड़ा किसे नूं कोई सिरों पाओ दिता जाता है, जिहड़ी किसे नूं भेटा कीती जाती है वस्तु, वो कदे वापस नहीं लई जाती, उत्ते किसे दा हक नहीं हुंदा। फिर जिन्हों भेटा तुसी अपनी मर्जी नाल भेटा कीती, तुसी हक नाल वापस नहीं लै सकदे। गुरु नानक साहब दे घर दे अंदर मर्यादा की है, सतगुर आगे सीस भेट दिओ। हुण सीस जदों भेट ही कर दिता तो भाई दया राम ने की आख्या सी, बाद च दया सिंह बनिया।
महाराज कहते वेख ला सीस तो महाराज मैनू माफ़ कर दो। सतगुरु कहते माफ़ी किस गल दी? महाराज पहली आवाज़ तो नहीं आया, दूजी आवाज़ तो नहीं आया, मैं तीसरी आवाज़ तो हाँ। सतगुरु कहते कोई गल नहीं, आया तो है तू, पर याद रख सिर तेरा हुण धड़ तो अलग कर देना असां। कहते महाराज ये तो है ही तुहाडा, वो तो मूर्ख है जिहड़े अपने समझी बैठे आ। भेंट कर दिता महाराज हुण तुहाडा है। सतगुर आगे सीस भेंट कर दे, भेंट दिओ। सतगुर आगे सीस भेंट दिओ, सीस की भेंटा कर दिओ। कड़ा प्रसाद की देग चढ़ाउण लोकी। बाबा दीप सिंह ने आख्या गुरु रामदास पातशाह नूं, धन गुरु रामदास पातशाह तेरे दर ते कड़ा प्रसाद चढ़ाउण लोकी, मैं सीस की भेंट चढ़ाने चला हूँ। मैं सीस भेंटा करने वास्ते चलिया। सतगुर आगे सीस भेंट दिओ। ते दूसरा वचन की है कि नहीं भेंट कर सकते, कोई गल नहीं। मन बेचै सतगुर के पास ते सेवक के कारज रास। जां ते भेंट करन दा इत्थे मर्यादा है, जां वेचण दी मर्यादा है। गहने करन दी नहीं है, उधार दी नहीं है। ये नहीं है मैं सीस उधार दे दिता, अज कल नूं फिर ले लिया। आप कई बार इदां करते ना, अज अमृत छक लिया, कल नूं फिर किली ना टंग दिता, तो फिर पता की आख्या अमृत टुट गया मेरा। ਇਹ ना आख्या करो, नरादरी ना करया करो। अमृत कदे नहीं टुटदा। अमृत ते चरखड़ियां थले नहीं टुटिया, आरियां ना चीरिया नहीं टुटिया, बंद बंद कटिया नहीं टुटिया। और टुकड़ियां चों ही सुखमनी साहब दियां 6 अष्टपदियां गा गए भाई मनी सिंह। अमृत ते गुरमुख प्यारिओ बंद बंद कटवाया भी नहीं टुटिया। अमृत नहीं टुटदा, ये आख्या करो मैं अमृत नालों टुट गया। दरख्त नूं पत्ता कोई टुट के आखे दरख्त टुट गया मेरे नालों, तो उसकी मूर्खता नहीं होगी। कोई टाणी टुट के आखे दरख्त नालों कि मेरे नूं दरख्त ही टुट गया, उल्टा हो गया ना। आखना चाहिए सी मैं दरख्त नूं टुट गई। अमृत नहीं टुटिया, तुसीं अमृत दे नालों टुट गए। सो सतगुर आगे सीस भेंट दिओ। भेंट करन दी गल आखी आ, नहीं भेंट कर सकते ते मन बेचै सतगुर के पास ते सेवक है कारज रास। बेची हुई चीज़ भी जिहड़ी है वो भी फिर गुरु दी हो जाती है, फिर अपनी नहीं हुंदी। सो कहंदे जिहड़ी किरपान सी ये भेंट कीती हुई है, भेंट कीती वस्तु वापस नहीं लई जा सकती। कुरान दीयां आयतां उकरियां होईयां उस किरपान दे उत्ते। वो किरपान अज भी केसगढ़ साहब गुरुद्वारा साहब दर्शन कराए जाते हैं। सो सतगुरु महाराज कृपा करन समा काफ़ी हो चुकिया है। सो गुरमुख प्यारिओ बहादुर शाह नूं राज भी गुरु साहब महाराज ने दवाया सी, ते चीफ गैसट बन के भी सतगुरु आप पहुँचे सी। इसे करके उसने फिर चिट्ठी लिखी सी बाबा बंदा सिंह बहादुर नूं, अब लिहो सलाम हमारी, तुम फकीर हम माया तारी। हम तुम एक गुर के दास, जाही ते हम भाई खास। असी दोवें इक्को गुरु दे दास हाँ, इस करके आप भाई खास हाँ। शाही उन मुझको सौ पाई। कहते बादशाह उन्हें मैनू बना दिता, ते तैनू फकीर बना के भेजिया, तैनू दरवेश बनाया उन्हें, ते मैनू बादशाह बनाया। पर उन्होंने ये नहीं सी सोची कि वह बादशाह भी आ ते दरवेश भी आ। उन्हें सारिया शक्तियां दे के भेजिया। इस करके उन्हें चिट्ठी लिखी सी। चिट्ठी के सब तो पहला शब्द लिखा सी अब लेहो सलाम हमारी। हुण सलाम किनू करीदा? अपने तो वड्डे नूं सलूट मारीदा, सीनियर नूं सलूट मारीदा ना, फौजी आपां जानते हैं। तो उन्हें बाबा बंदा सिंह बहादुर कहा अब लेहो सलाम हमारी, हम फकीर तुम फकीर हम माया तारी। तुसी फकीर हो असी माया तारी है। हम तुम एक गुर के दास, आपां दोवें एको गुरु दे चेले हाँ, दास हाँ। उन्होंने कहा भी गुरता गद्दी जिहड़ी आ, जिहड़ी ये संत वाली फकीर वाली दात ये तुहानूं दित्ती, शाही उन मुझको सौ पाई। शाहूकार दी बादशाह वाली जिहड़ी दात है उन्हें मैनूं दित्ती, भाव के मेरे ते हमला ना करे। सो गुरु कलगीधर पातशाह महाराज दे चोज आपां की बयान कर सकते हाँ। लखां जन्म भी मिल जाण फिर भी कलगीधर पातशाह दे चोजां नूं बयान नहीं किया जा सकता। इस संसार ते बड़े आए
जिन्हां ने बड़े चेले रखे। साजिया बड़ियां ने पर नवाजिया किसी ने नहीं। साजना हुंदा है किसी नूं अहुदे ते बिठा देना, नवाजना हुंदा है ਉਹਦੇ ਅਹੁਦੇ ਮੁਤਾਬਕ ਉਹਨੂੰ ਸਤਿਕਾਰ ਵੀ ਦੇਣਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਨੂੰ ਸਾਜਿਆ ਵੀ ਆਪ ਤੇ ਨਵਾਜਿਆ ਵੀ ਆਪ। ਤੇ ਜਿਨ੍ਹਾਂ ਨੂੰ ਇਹ ਸੋਝੀ ਪੈ ਗਈ ਨਾ ਕਿ ਹੁਣ ਸਤਿਗੁਰ ਅੱਗੇ ਸੀਸ ਭੇਟ ਕਰ ਦਿੱਤਾ ਹੈ ਤੇ ਚੱਕਣਾ ਨਹੀਂ ਹੈ, ਤੇ ਉਹਨਾਂ ਨੇ ਸਾਰਾ ਗੜੀ ਦੇ ਵਿੱਚੋਂ ਵੀ ਦੁਸ਼ਮਣ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇੱਕੀਆਂ ਨੇ ਕਿੰਨੇ ਕੁ ਕਿੱਸੇ ਪੜ੍ਹੋਗੇ। ਜਰਨਲ ਜ਼ੋਰਾਵਰ ਸਿੰਘ ਦਾ ਕਿੱਸਾ ਪੜ੍ਹ ਲਓ, ਸਰਦਾਰ ਹਰੀ ਸਿੰਘ ਨਲੂਏ ਦੇ ਕਿੱਸੇ ਪੜ੍ਹ ਲਓ, ਅਕਾਲੀ ਬਾਬਾ ਫੂਲਾ ਸਿੰਘ ਦਾ ਕਿੱਸਾ ਪੜ੍ਹ ਲਓ। ਅੱਜ ਅਸੀਂ ਕਹਿੰਦੇ ਬੜੀ ਵੱਡੀ ਜੰਗ ਜਿੱਤੀ ਆਪਾਂ, ਕਾਰਗਲ ਦੀ ਜੰਗ ਕਹਿੰਦੇ ਆ ਨਾ। ਇਹ ਪਹਾੜੀਆਂ ਆਪਾਂ ਪਹਿਲੀ ਵਾਰ ਨਹੀਂ ਫਤਿਹ ਕੀਤੀਆਂ, ਇਹ ਪਹਿਲਾਂ ਬੜੀ ਵਾਰ ਫਤਿਹ ਕੀਤੀਆਂ, ਪਰ ਤਰਾਸਦੀ ਆ ਸਾਡੀ, ਅਸੀਂ ਵਿਚਾਰ ਨਹੀਂ ਸਕੇ। ਕਿਤੇ ਪੜ੍ਹੋ ਪੀਰ ਖਾਂ ਦੀ ਪਹਾੜੀ ਦਾ ਜੰਗ, ਜਦੋਂ ਆਪਾਂ ਪਹਿਲਾਂ ਜ਼ਿਕਰ ਕਰ ਚੁੱਕੇ ਹਾਂ, ਰਿਕਾਰਡਡ ਹੈ ਪ੍ਰੋਗਰਾਮ, ਨਸ਼ਹਿਰੇ ਦੀ ਜੰਗ। ਕਿ ਜਦੋਂ ਨਸ਼ਹਿਰੇ ਦੀ ਜੰਗ ਦੁਸ਼ਮਣ ਨੇ ਆ ਕੇ ਨਸ਼ਹਿਰੇ ਦੇ ਕਿਲੇ ਨੂੰ ਘੇਰਾ ਪਾ ਲਿਆ ਸੀ ਨਾ। ਮੈਂ ਸੰਖੇਪ ਥੋੜ੍ਹਾ ਜਿਹਾ ਹਿੰਟ ਦੇ ਜਾਂ, ਵੈਸੇ ਪਹਿਲਾਂ ਹੋ ਚੁੱਕੀ ਕਥਾ ਤੁਸੀਂ ਸਰਵਣ ਕਰ ਸਕਦੇ ਹੋ ਸਾਰੇ ਉਹਨੂੰ। ਜਦੋਂ ਨਸ਼ਹਿਰੇ ਦਾ ਕਿਲਾ ਮਹਾਰਾਜਾ ਰਣਜੀਤ ਸਿੰਘ ਦਾ ਘੇਰ ਲਿਆ ਨਾ, ਤੇ ਮਹਾਰਾਜਾ ਰਣਜੀਤ ਸਿੰਘ ਫੌਜਾਂ ਲੈ ਕੇ ਚੜ੍ਹਿਆ, ਤੇ ਅੱਗੇ ਅਟਕ ਦਰਿਆ ਠਾਠਾ ਮਾਰ ਰਿਹਾ ਸੀ। ਮੈਂ ਹਾਂ ਅਟਕ ਅਟਕਾਇਆ ਨਹੀਂ ਜਾ ਸਕਦਾ, ਮੇਰੀ ਤੇਜ ਰਵਾਨਗੀ ਲਹਿਰ ਅੰਦਰ, ਸੋਚ ਸਮਝ ਕੇ ਕਦਮ ਟਕਾਈ ਸਿੰਘਾ। ਮੈਂ ਨਾ ਕਦੇ ਕਿਸੇ ਦਾ ਲਿਹਾਜ਼ ਕੀਤਾ, ਨਾ ਤੂੰ ਸੁੱਤੀਆਂ ਕਲਾ ਜਗਾਈ ਸਿੰਘਾ। ਮੈਂ ਆਇਆ ਪਰਬਤਾਂ ਪੱਥਰਾਂ ਨੂੰ ਚੀਰ ਕੇ। ਅਟਕ ਦੇ ਨਾਲ ਵਾਰਤਾਲਾਪ ਹੁੰਦੀ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀ, ਦੇਵਤੇ ਦਾ ਰੂਪ ਧਾਰਨ ਕਰਕੇ ਅੱਗੇ ਉਹ ਖੜ ਜਾਂਦਾ। ਆਪਾਂ ਪਹਿਲਾਂ ਸਾਰਾ ਇਹ ਜ਼ਿਕਰ ਕਰ ਚੁੱਕੇ ਹਾਂ ਇਤਿਹਾਸ ਦਾ, ਸਿਰਫ ਮੈਂ ਤੁਹਾਨੂੰ ਹਿੰਟ ਹੀ ਦੇਣਾ। ਤੇ ਮਹਾਰਾਜਾ ਰਣਜੀਤ ਸਿੰਘ ਨੇ ਕੀ ਕੀਤਾ ਫਿਰ? ਦੇਖਿਆ ਹੁਣ ਇੱਥੋਂ 17 ਕੋ ਦੂਰ ਜਾ ਕੇ ਅਟਕ ਤੇ ਪੁਲ ਹੈ, ਤੇ ਨਸ਼ਹਿਰੇ ਦਾ ਕਿਲਾ ਇੱਥੋਂ ਸਾਹਮਣੇ ਆ। ਦੁਸ਼ਮਣ ਨੇ ਘੇਰਿਆ ਕਿਲਾ, ਦਿਖਣ ਡਿਆ, ਥੋੜ੍ਹੇ ਜਿਹੇ ਸਿਪਾਹੀ ਹਨ ਕਿਲੇ ਵਿੱਚ, ਬਾਕੀ ਅਫਗਾਨ ਫੌਜਾਂ ਨੇ ਘੇਰ ਰੱਖਿਆ। ਹੁਣ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਹੈ ਜੇ ਮੈਂ 17 ਕੋ ਦੂਰ ਜਾਊਂਗਾ, ਫਿਰ ਪੁਲ ਪਾਰ ਕਰੂੰਗਾ ਫੌਜਾਂ ਲੈ ਕੇ, ਫਿਰ 17 ਕੋ ਵਾਪਸ ਆਊਂਗਾ, 34 ਕੋ ਤੇ ਇਹ ਹੋ ਜਾਏਗਾ। ਓਨੇ ਦੇਰ ਨੂੰ ਤੇ ਮੇਰੇ ਅੰਦਰ ਦੇ ਸਿਪਾਹੀਆਂ ਤੇ ਉਹ ਹਾਵੀ ਹੋ ਕੇ ਕਾਬਜ ਹੋ ਜਾਣਗੇ, ਤੇ ਕਿਲੇ ਦੇ ਅੰਦਰ ਦੁਸ਼ਮਣ ਬਹਿ ਗਿਆ ਤੇ ਮੈਂ ਕੁਛ ਨਹੀਂ ਕਰ ਸਕਦਾ। ਫਿਰ ਕਿਹੜਾ ਹਥਿਆਰ ਵਰਤਿਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ? ਖੜ ਕੇ ਕੰਡੇ ਅਟਕਦੇ ਕੀਤਾ ਅਰਦਾਸਾ, ਕਲਗੀ ਵਾਲਿਆ ਸਤਿਗੁਰੂ ਹੁਣ ਤੇਰਾ ਪਰਵਾਸਾ। ਮੇਰੇ ਮੋਢੇ ਪੁੱਤਰੀ ਕਾਲ ਦੀ ਪਈ ਦੇ ਦਲਾਸਾ, ਕਰਕੇ ਅਰਦਾਸਾ ਧਰਿਆ ਪੈਰ ਜਾਂ, ਪਾਣੀ ਹੋ ਗਿਆ ਮਾਸਾ ਮਾਸਾ। ਲੈ ਲਸ਼ਕਰ ਸਿੰਘ ਲੰਘ ਗਿਆ, ਲੈ ਲਸ਼ਕਰ ਖਾਸਾ। ਸਾਰਾ ਲਸ਼ਕਰ ਲੈ ਕੇ ਮਹਾਰਾਜਾ ਰਣਜੀਤ ਸਿੰਘ ਅਟਕ ਦਰਿਆ ਨੂੰ ਪਾਰ ਕਰ ਗਿਆ ਸੀ। ਅਰਦਾਸ ਦੇ ਵਿੱਚ ਏਡੀ ਵੱਡੀ ਸ਼ਕਤੀ ਹੈ। ਮੈਂ ਤੁਹਾਨੂੰ ਇਹ ਹਿੰਟ ਦੇਣਾ, ਕਾਰਗਿਲ ਦੀਆਂ ਪਹਾੜੀਆਂ ਅੱਜ ਫਤਿਹ ਕੀਤੀਆਂ 99 'ਚ, ਇਸ ਤੋਂ ਪਹਿਲਾਂ ਅਸੀਂ ਇਹੋ ਜਿਹੀਆਂ ਪਹਾੜੀਆਂ ਤੇਗਾਂ ਨਾਲ ਬੜੀਆਂ ਵੱਡੀਆਂ ਫਤਿਹ ਕਰ ਚੁੱਕੇ ਹਾਂ। ਸਾਡਾ ਬੜਾ ਅਮੀਰ ਵਿਰਸਾ ਹੈ। ਜਦੋਂ ਕਿਲੇ ਨੂੰ ਜਾ ਕੇ ਬਚਾ ਲਿਆ, ਤੇ ਦੁਸ਼ਮਣ ਜਾ ਕੇ ਨਸ਼ਹਿਰੇ ਦਾ ਕਿਲਾ ਛੱਡ ਕੇ ਪੀਰ ਖਾਂ ਦੀ ਪਹਾੜੀ 'ਤੇ ਜਾ ਚੜ੍ਹਿਆ। ਹੁਣ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਨਜ਼ਰ ਗਈ, ਜਦੋਂ ਕੋਈ ਮੈਦਾਨ ਦੇ ਵਿੱਚ ਦਿਖਦਾ ਸੀ ਦੁਸ਼ਮਣ ਹਾਵੀ ਹੋ ਗਿਆ, ਤੇ ਉਦੋਂ ਨਜ਼ਰ ਕਿੱਧਰ ਜਾਂਦੀ ਹੈ? ਜਦੋਂ ਸਾਡੇ ਕੋਈ ਭੀੜ ਬਣਦੀ, ਸਾਡੀ ਨਜ਼ਰ ਜਾਂਦੀ ਆ ਅਕਾਲ ਤਖਤ ਸਾਹਿਬ ਵੱਲ। ਪਰ ਉਸ ਸਮੇਂ ਅਕਾਲ ਤਖਤ ਦੇ ਜਥੇਦਾਰ ਅੱਜ ਵਰਗੇ ਨਹੀਂ ਸੀ। ਮਹਾਰਾਜਾ ਰਣਜੀਤ ਸਿੰਘ ਨੂੰ ਇੱਕੋ ਬੰਦਾ ਸੀ ਜਿਹੜਾ ਮਹਾਰਾਜਾ ਨਹੀਂ ਸੀ ਆਖਦਾ ਹੁੰਦਾ, ਉਹ ਸੀ ਅਕਾਲੀ ਬਾਬਾ ਫੂਲਾ ਸਿੰਘ। ਉਹ ਸਿੰਘ ਸਾਹਿਬ ਆਖ ਕੇ ਸੰਬੋਧਨ ਕਰਦੇ ਸੀ। ਕਿਉਂਕਿ ਜੇ ਕਿਤੇ ਇਹ ਆਪਣੇ ਅਕੀਦੇ ਤੋਂ ਡੋਲ ਗਿਆ ਤਾਂ ਉਹਨੂੰ ਰਸਤਾ ਦਿਖਾਉਣਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ, ਉਹਦਾ ਰੁਤਬਾ ਉਸ ਤੋਂ ਉੱਪਰ ਹੈ। ਤੇ ਜੇ ਕਿਤੇ ਉਹ ਹੀ ਡੋਲ ਗਿਆ ਤੇ ਉਹਨੂੰ ਮਹਾਰਾਜਾ ਕਹਿਣ ਲੱਗ ਪਿਆ ਤਾਂ ਹੁਕਮ ਕਿਵੇਂ ਕਰੇਗਾ? ਤੇ ਉੱਥੇ ਮਹਾਰਾਜਾ ਰਣਜੀਤ ਸਿੰਘ ਦੀ ਨਜ਼ਰ ਗਈ ਅਕਾਲੀ ਬਾਬਾ ਫੂਲਾ ਸਿੰਘ ਵੱਲ, ਜਾ ਕੇ ਫਤਿਹ ਬੁਲਾਈ ਤੇ ਆਖਿਆ, ਸਿੰਘ ਸਾਹਿਬ ਹੁਣ ਕਿਰਪਾ ਕਰੋ, ਪੀਰ ਖਾਂ ਦੀ ਪਹਾੜੀ ਬੜੀ ਉੱਚੀ ਪਹਾੜੀ ਆ, ਕਾਰਗਿਲ ਦੀਆਂ ਪਹਾੜੀਆਂ ਨੂੰ ਉੱਚੀ ਪਹਾੜੀ ਆ। ਕਹਿੰਦੇ ਉਹ ਦੁਸ਼ਮਣ ਬਹਿ ਗਿਆ, ਹੁਣ ਉਹਨੂੰ ਖਦੇੜੋ ਕਿਸੇ ਤਰ੍ਹਾਂ ਜਾ ਕੇ।
ਤੇ ਅਕਾਲੀ ਬਾਬਾ ਫੂਲਾ ਸਿੰਘ ਨੇ, ਆਪਾਂ ਜਦੋਂ ਜਾਂਦੇ ਨਾ ਫੈਰ ਕਰਨ, ਓਨੀ ਦੇਰ ਗਨ ਚੋਂ ਗੋਲਾ ਨਹੀਂ ਨਿਕਲਦਾ ਜਿੰਨਾ ਚਿਰ ਅਰਦਾਸ ਨਹੀਂ ਹੁੰਦੀ। ਤੇ ਅਰਦਾਸ ਹੋਣ ਤੋਂ ਬਾਅਦ ਵੀ ਲੀਵਰ ਉਦੋਂ ਹੀ ਖਿੱਚਿਆ ਜਾਂਦਾ ਜਦੋਂ ਪਹਿਲਾਂ ਕੀ ਬੋਲਿਆ ਜਾਂਦਾ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਤੇ ਹੀ ਲੀਵਰ ਖਿੱਚਿਆ ਜਾਂਦਾ, ਤਾਂ ਹੀ ਗੋਲਾ ਨਿਕਲਦਾ। ਇਹ ਮਰਜ਼ਾਦਾ ਹੈ ਨਾ ਸਾਡੀ। ਤੇ ਗੁਰਮੁਖ ਪਿਆਰਿਓ, ਜਦੋਂ ਫਿਰ ਅਕਾਲੀ ਜੀ ਨੇ ਅਰਦਾਸ ਕੀਤੀ ਨਾ, ਅਰਦਾਸ ਦੇ ਸ਼ਬਦ ਸੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪ ਜੀ ਦਾ ਖਾਲਸਾ ਜੰਗੇ ਮੈਦਾਨ ਜੂਝਣ ਚੱਲਿਆ, ਕਮਰ ਕੱਸੇ ਕੀਤੇ ਹੋਏ ਹਨ, ਤਿਆਰੀ ਹੈ ਖਾਲਸੇ ਦੀ, ਆਪ ਕਿਰਪਾ ਕਰੋ, ਵਿੱਚ ਵਰਤ ਕੇ ਆਪ ਫਤਿਹ ਕਰਾਇਓ। ਤੇ ਜਦੋਂ ਜੰਕਾਰਾ ਲਾਇਆ ਨਾ, ਗੋ ਹੋਣ ਵਾਸਤੇ, ਮੂਵ ਵਾਸਤੇ, ਚਾਲੇ ਪਾਉਣ ਵਾਸਤੇ, ਤੇ ਸ਼ੇਰੇ ਪੰਜਾਬ ਨੂੰ ਖਬਰ ਮਿਲ ਗਈ ਕਿ ਦੁਸ਼ਮਣ ਤੇ ਪੀਰ ਖਾਂ ਦੀ ਪਹਾੜੀ ਤੇ ਤੋਪਖਾਨਾ ਲੈ ਕੇ ਬੈਠਾ ਹੋਇਆ, ਤੇ ਆਪਣਾ ਤੋਪਖਾਨਾ ਅਜੇ ਲਾਹੌਰ ਹੈ। ਹੁਕਮ ਭੇਜ ਦਿੱਤਾ ਲਾਹੌਰੋਂ ਛੇਤੀ ਤੋਪਖਾਨਾ ਲਿਆਂਦਾ ਜਾਵੇ। ਤੇ ਘੋੜਾ ਭਜਾਇਆ, ਤੇ ਜਾ ਕੇ ਉਹਨੂੰ ਪਤਾ ਸੀ ਅਕਾਲੀ ਜੀ ਨੇ ਹੋਰ ਕਿਸੇ ਦੇ ਕਹਿਣ 'ਤੇ ਰੁਕਣਾ ਨਹੀਂ। ਉਹਨਾਂ ਜਾ ਕੇ ਜਥੇਦਾਰ ਦੇ ਅੱਗੇ ਹੱਥ ਬੰਨ੍ਹ ਕੇ ਖੜ ਗਏ, ਤੇ ਜਾ ਕੇ ਆਖਦੇ, ਜਥੇਦਾਰ ਜੀ ਮੈਨੂੰ ਖਬਰ ਮਿਲ ਗਈ ਹੈ ਕਿ ਉੱਥੇ ਉਹਨਾਂ ਦਾ ਤੋਪਖਾਨਾ ਆ ਗਿਆ, ਸਾਡਾ ਕੱਲ੍ਹ ਤੱਕ ਸਵੇਰ ਤੱਕ ਤੋਪਖਾਨਾ ਲਾਹੌਰੋਂ ਆ ਜਾਏਗਾ, ਤੇ ਅਸੀਂ ਤੋਪਖਾਨੇ ਨਾਲ ਹਮਲਾ ਕਰਾਂਗੇ। ਆਪਾਂ ਨੀਵੇਂ ਥਾਂ 'ਤੇ ਆ, ਉਹ ਉੱਚੀ ਜਗ੍ਹਾ 'ਤੇ ਆ, ਆਪਣੇ ਕੋਲ ਤੇਗਾਂ ਹਨ, ਉਹਨਾਂ ਕੋਲ ਤੋਪਖਾਨਾ ਹੈ, ਭਾਰੀ ਨੁਕਸਾਨ ਹੋ ਜਾਏਗਾ। ਤੇ ਅਕਾਲੀ ਬਾਬਾ ਫੂਲਾ ਸਿੰਘ ਦੇ ਸ਼ਬਦ ਸੀ, ਤੁਸੀਂ ਅਰਦਾਸ ਦੇ ਸ਼ਬਦ ਨਹੀਂ ਸੁਣੇ? ਅਸੀਂ ਅਰਦਾਸ ਵਿੱਚ ਬੇਨਤੀ ਕੀਤੀ ਬਾਦਸ਼ਾਹ ਦਰਵੇਸ਼ ਨੂੰ ਕਿ ਸਤਿਗੁਰੂ ਆਪ ਫੌਜਾਂ ਦੇ ਵਿੱਚ ਵਰਤ ਕੇ ਫਤਿਹ ਕਰਾਓ। ਹੁਣ ਅੱਜ ਆਪਾਂ ਪਲਟਨ 'ਚ ਮੰਨ ਲਓ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਨੂੰ ਬੁਲਾ ਲਈਏ, ਕਿਸੇ ਚੀਜ਼ ਦਾ ਉਦਘਾਟਨ ਕਰਨਾ ਹੋਵੇ, ਤੇ ਆਪਾਂ ਕਹਿ ਸਕਦੇ ਉਸ ਰਾਸ਼ਟਰਪਤੀ ਨੂੰ ਕਿ ਨਹੀਂ ਅੱਜ ਨਹੀਂ ਕੱਲ੍ਹ ਕਰਾਂਗੇ। ਕਿਸੇ 'ਚ ਹਿੰਮਤ ਹੈ ਕਹਿਣ ਦੀ? ਤੇ ਇੱਥੇ ਤੇ ਰਾਸ਼ਟਰਪਤੀ ਵੀ ਆ ਕੇ ਮੱਥਾ ਟੇਕਦਾ ਗੁਰੂ ਗ੍ਰੰਥ ਸਾਹਿਬ ਦੇ ਅੱਗੇ, ਪ੍ਰਧਾਨ ਮੰਤਰੀ ਵੀ ਆ ਕੇ ਮੱਥਾ ਟੇਕਦਾ। ਤੇ ਜਦੋਂ ਬਾਦਸ਼ਾਹ ਦੇ ਬਾਦਸ਼ਾਹ ਤੇ ਦਰਵੇਸ਼ਾਂ ਜਿਹਦੇ ਦਰਵੇਸ਼ ਗੁਰੂ ਗੋਬਿੰਦ ਸਿੰਘ ਨੂੰ ਬੇਨਤੀ ਕਰ ਦਿੱਤੀ, ਉਹ ਤੇ ਸਤਿਗੁਰ ਦਾ ਤਰਸ ਹੈ, ਸਤਿਗੁਰ ਦੀ ਰਹਿਮਤ ਹੈ, ਜਿੱਥੇ ਸਿੱਖ ਯਾਦ ਕਰਦਾ ਉੱਥੇ ਹੀ ਪਹੁੰਚ ਜਾਂਦੇ। ਅੱਜ ਮੈਂ ਕਈ ਵਾਰੀ ਆਖਦਾ ਹੁੰਦਾ, ਜਿਨ੍ਹਾਂ ਨੂੰ ਤੁਸੀਂ ਆਪਣੇ ਇਸ਼ਟ ਮੰਨੀ ਬੈਠੇ ਨਾ, ਦੇਹਧਾਰੀ ਗੁਰੂ ਡੰਮ ਨੂੰ, ਕਿਤੇ ਉਹਨੂੰ ਆਖਿਓ ਮੇਰੀ ਝੌਪੜੀ 'ਚ ਕਦਮ ਪਾ ਕੇ ਚਰਨ ਪਾ, ਉਹਨੇ ਕਹਿਣਾ ਨਹੀਂ ਮੇਰੇ ਕੋਲ ਟਾਈਮ ਨਹੀਂ ਤੇਰੇ ਕੋਲ ਆਉਣ ਦਾ। ਤੇ ਆ ਕੇ ਆਖੋ ਜੁਗੋ ਜੁਗ ਟਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ, ਮਹਾਰਾਜ ਮੇਰੀ ਕੁੱਲੀ 'ਚ ਆ ਕੇ ਚਰਨ ਪਾਇਓ। ਸਤਿਗੁਰ ਕੁੱਲੀ 'ਚ ਹੀ ਆ ਕੇ ਬਿਰਾਜਮਾਨ ਹੋ ਜਾਂਦੇ, ਚਰਨ ਫੜ ਲਓ। ਸਤਿਗੁਰ ਨਹੀਂ ਜਾਣ ਦੇਣਾ, ਹੁਣ ਰਹੋ ਇੱਥੇ ਹੀ, ਭਾਵੇਂ 2 ਮਹੀਨੇ 6 ਮਹੀਨੇ ਘਰੇ ਪ੍ਰਕਾਸ਼ ਕਰੀ ਰੱਖੋ, ਨਿਤਨੇਮ ਕਰੋ, ਸਵੇਰ ਸ਼ਾਮ ਸਤਿਗੁਰਾਂ ਦੇ ਦਰਸ਼ਨ ਮੇਲੇ ਕਰੋ। ਸੋ ਗੁਰਮੁਖ ਪਿਆਰਿਓ, ਮਹਾਰਾਜਾ ਰਣਜੀਤ ਸਿੰਘ ਨੂੰ ਜਵਾਬ ਦਿੱਤਾ ਅਕਾਲੀ ਬਾਬਾ ਫੂਲਾ ਸਿੰਘ ਨੇ, ਕਹਿੰਦੇ ਹੁਣ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਹੋ ਚੁੱਕੀ ਆ, ਹੁਣ ਫਤਿਹ ਹੋਵੇਗੀ ਖਾਲਸੇ ਦੀ। ਜੰਕਾਰਿਆਂ ਦੇ ਗੂੰਜ ਦੇ ਨਾਲ ਪਹਾੜੀ ਚੜ੍ਹ ਗਏ, ਤੇ ਫਤਿਹ ਪਾ ਕੇ ਦੁਸ਼ਮਣ ਨੂੰ ਖਦੇੜ ਕੇ ਤੇ ਵਾਪਸ ਦੱਸਣ ਵਾਸਤੇ ਆ ਰਹੇ ਸੀ ਅਕਾਲੀ ਬਾਬਾ ਫੂਲਾ ਸਿੰਘ ਮਹਾਰਾਜਾ ਰਣਜੀਤ ਸਿੰਘ ਨੂੰ ਕਿ ਮੋਰਚਾ ਫਤਿਹ ਹੋ ਗਿਆ। ਛੁਪ ਕੇ ਬੈਠੇ ਦੁਸ਼ਮਣ ਨੇ ਧੋਖੇ ਨਾਲ 4 ਗੋਲੀਆਂ ਸੱਜੇ ਪਾਸੇ, 3 ਗੋਲੀਆਂ ਖੱਬੇ ਪਾਸੇ ਛਾਤੀ ਵਿੱਚ ਮਾਰੀਆਂ, ਤੇ ਅਕਾਲੀ ਬਾਬਾ ਫੂਲਾ ਸਿੰਘ ਦੀ ਇੱਥੇ ਸ਼ਹਾਦਤ ਹੋਈ। ਇਸ ਪੀਰ ਖਾਂ ਦੀ ਪਹਾੜੀ ਦੇ ਉੱਤੇ, ਬਹੁਤ ਉੱਚਾ ਪਹਾੜ ਹੈ, ਤੇ ਭਾਵ ਕਿ ਇੱਥੇ ਅਸਲ ਦੇ ਵਿੱਚ ਇਹ ਸਾਜ਼ਿਸ਼ਾਂ ਸ਼ੁਰੂ ਹੋ ਗਈਆਂ ਸੀ ਉਸ ਸਮੇਂ ਡੋਗਰਿਆਂ ਦੀਆਂ, ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਬਰਬਾਦ ਕਰਨ ਵਾਸਤੇ ਇਹ 2 ਮੇਨ ਪਿਲਰ ਜਿਹੜੇ ਇਹਨਾਂ ਨੂੰ ਸੁੱਟਣਾ ਜ਼ਰੂਰੀ ਹੈ। ਜਿੰਨਾ ਚਿਰ ਅਕਾਲੀ ਬਾਬਾ ਫੂਲਾ ਸਿੰਘ ਤੇ ਜਮਰੌਦ ਤੇ ਹਰੀ ਸਿੰਘ ਨਲੂਆ ਰਹਿਣਗੇ, ਉਹਨਾਂ ਚਿਰ ਅਸੀਂ ਸਾਜ਼ਿਸ਼ਾਂ 'ਚ ਕਾਮਯਾਬ ਨਹੀਂ ਹੋ ਸਕਦੇ। ਧੋਖੇ ਦੇ ਨਾਲ ਇਹਨਾਂ ਦੋਨਾਂ ਸੂਰਬੀਰ ਯੋਧਿਆਂ ਨੂੰ ਸ਼ਹੀਦ ਕਰਵਾਇਆ ਗਿਆ। ਮਹਾਰਾਜਾ ਰਣਜੀਤ ਸਿੰਘ ਜਦੋਂ ਪਤਾ ਲੱਗਿਆ ਤੇ ਇੱਥੇ ਜਾ ਕੇ ਜੋੜਾ ਲਾ ਕੇ ਦੌੜਿਆ ਆਪਣੇ ਉਸ ਯੋਧੇ ਨੂੰ ਸਲਾਮ ਕਰਨ ਵਾਸਤੇ, ਤੇ ਜਾ ਕੇ ਉਸ ਯੋਧੇ ਦੀ ਲਾਸ਼ ਨਾਲ ਲਿਪਟ ਕੇ ਪੁੱਬਾਂ ਮਾਰ ਕੇ, ਧਾਹਾਂ ਮਾਰ ਮਾਰ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਰੋਏ ਸੀ। 2 ਹੀ ਵਕਤ ਮਹਾਰਾਜਾ ਰਣਜੀਤ ਸਿੰਘ ਦੇ ਅੱਖਾਂ 'ਚ ਅੱਥਰੂ ਵੇਖੇ ਗਏ, ਇੱਕ ਵਾਰੀ ਅਕਾਲੀ ਬਾਬਾ ਫੂਲਾ ਸਿੰਘ ਦੀ ਸ਼ਹਾਦਤ ਤੇ ਇੱਕ ਵਾਰੀ ਸਰਦਾਰ ਹਰੀ ਸਿੰਘ ਨਲੂਏ ਦੀ ਸ਼ਹਾਦਤ ਤੇ। ਉਦੋਂ ਉਹਨਾਂ ਆਖਿਆ ਸੀ ਮੇਰੀ ਆ ਸੱਜੀ ਬਾਂਹ ਟੁੱਟ ਗਈ ਆ,
ਤੇ ਉੱਥੇ ਜਾ ਕੇ ਆਖਿਆ ਸੀ ਹਰੀਸੇ ਨਲੂਏ ਵੇਲੇ, ਕਹਿੰਦੇ ਹੁਣ ਮੇਰੀ ਖੱਬੀ ਬਾਂਹ ਵੀ ਟੁੱਟ ਗਈ ਆ। ਸੋ ਗੁਰਮੁਖ ਪਿਆਰਿਓ, ਇਹੋ ਜਿਹੀਆਂ ਪਹਾੜੀਆਂ ਖਾਲਸੇ ਨੇ ਬੜੀ ਵਾਰ ਫਤਿਹ ਕੀਤੀਆਂ। ਗੁਰੂ ਸਾਹਿਬ ਕਿਰਪਾ ਕਰਨ, ਰਹਿਮਤਾਂ ਵਰਤਾਉਣ, ਕਿਤੇ ਸਾਨੂੰ ਸੋਝੀ ਆਸ ਪੈ ਸਕੇ, ਕਿਤੇ ਅਸੀਂ ਆਪਣੇ ਪਿਤਾ 'ਤੇ ਮਾਣ ਕਰ ਸਕੀਏ ਕਿ ਅਸੀਂ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤ ਹਾਂ, ਅੰਮ੍ਰਿਤ ਛਕੀਏ, ਗੁਰੂ ਵਾਲੇ ਬਣੀਏ। ਨਗੁਰੇ ਕਾ ਹੈ ਨਾਉ ਬੁਰਾ। ਇੰਨੇ ਕੁ ਬਚਨ ਕਰਦੇ ਹੋਏ ਸਮਾਪਤੀ। ਕੋਈ ਬਚਨ ਵੱਧ ਘੱਟ ਬੋਲਿਆ ਗਿਆ ਹੋਵੇ, ਗੁਰੂ ਰੂਪ ਸਾਧ ਸੰਗਤ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣਯੋਗ ਹਨ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।